और लुधियाना शहर की पूरी पब्लिक ਨੂੰ ਇਸ ਬਾਰੇ ਅਵੇਅਰ ਕਰਨ ਜਾ ਰਹੇ ਹਾਂ। ਇੱਕ 650 ਕਰੋੜ ਦਾ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਇੱਕ ਹੋਰ ਘਟਾਲਾ ਹੋਣ ਜਾ ਰਿਹਾ। ਸਮਾਰਟ ਸਿਟੀ ਘੁਟਾਲਾ ਹੋਏਗਾ ਬੁੱਢੇ ਨਾਲੇ ਦੇ ਨਾਮ ਤੇ। ਯੈਸ ਬਿਲਕੁਲ। ਸਾਡੇ ਸ਼ਹਿਰ ਦੇ ਲਾਈਫਲਾਈਨ ਮੰਤਰੀ ਜੀ ਉਹਨਾਂ ਦੇ ਖਾਸਮ ਖਾਸ ਦੋਸਤ ਹੋ, ਕੀ ਤੁਸੀਂ ਸਿੱਧਾ ਸਿੱਧਾ ਉਹਨਾਂ ਤੇ ਆਰੋਪ ਲਗਾ ਰਹੇ ਹੋ? ਆਹ 200 ਕਰੋੜ ਤੋਂ ਵੱਧ ਇਸ ਦੀ ਇੰਸਟਾਲੇਸ਼ਨ ਕਾਸਟ ਆਈ ਨਹੀਂ ਸਕਦੀ ਔਰ ਦਰਸਾਈ ਗਈ ਹੈਗੀ ਡੀਪੀਆਰ ਦੇ ਵਿੱਚ 375 ਕਰੋੜ ਰੁਪਇਆ। 175 ਕਰੋੜ ਦਾ ਓਵਰ ਐਸਟੀਮੇਟ ਇਹਨਾਂ ਨੇ ਬਣਾ ਕੇ ਆ ਪੈਸਾ ਖਾਣ ਦੀ ਤਿਆਰੀ ਪਹਿਲੇ ਹੀ ਕਰ ਲਈ ਹੈ। ਆ ਮੈਂ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਪਹਿਲੇ ਆ ਦੀਵਾਲੀ ਦਾ ਗਿਫਟ ਦੇ ਰਿਹਾ ਹੈਗਾ। ਉਹ ਕਹਿੰਦੇ ਨਾ ਬੱਚਾ ਡਿੱਗ ਡਿੱਗ ਕੇ ਜਵਾਨ ਹੋ ਜਾਂਦਾ ਹੈਗਾ। ਅਸੀਂ ਆਪ ਹੀ ਹੁਣ PhD ਡਾਕਟਰ ਬਣ ਗਏ ਇਹਦੇ ਟ੍ਰੀਟਮੈਂਟ। ਸਾਡੇ ਲੋਕਾਂ ਦੀ ਹਾਰਡ ਐਂਡ ਮਨੀ ਨੂੰ ਇਹਨੂੰ ਖਾਣ ਦੇ ਵਾਸਤੇ ਇਹਨਾਂ ਨੇ ਗਲਤ ਪ੍ਰੋਜੈਕਟ ਸਾਰਾ ਆਹ ਡੀਪੀਆਰ 'ਚ ਬਣਾਇਆ। 650 ਕਰੋੜ ਦਾ ਜਿਹੜਾ ਪ੍ਰੋਜੈਕਟ ਹੈਗਾ ਨਾ ਜੀ, ਮੈਂ ਅੱਜ ਐਫੀਡੇਵਿਟ ਮੈਂ ਤੁਹਾਨੂੰ ਸਵੇਰੇ ਦਿੰਦਾ ਹੈਗਾ। ਆਹੀ ਵਾਲਾ ਜਿੰਨਾ ਉਹਦੇ ਵਿੱਚ ਕੰਮ ਪ੍ਰਪੋਜ਼ ਕੀਤਾ ਗਿਆ ਹੈਗਾ, ਮੈਂ ਤੁਹਾਨੂੰ ਆਹ ਕੰਮ 325 ਕਰੋੜ ਦੇ ਵਿੱਚ ਕਰਵਾਇਆ। ਜਿਹੜੇ ਬੰਦੇ ਨੇ ਇਹ ਟੈਕਨੀਕਲ ਰਿਪੋਰਟ ਬਣਾਈ ਹੈ, ਪਹਿਲਾਂ ਤਾਂ ਓਪਨਲੀ ਉਹਨਾਂ ਨਾਲ ਸਾਡੀ ਓਪਨ ਡਿਬੇਟ ਹੋਏ, ਸਾਡੀ ਉਹਨਾਂ ਨੇ ਮੀਟਿੰਗਾਂ ਵੀ ਉਹਨਾਂ ਨੇ ਕੀ ਸੋਚ ਕੇ ਡੀਪੀਆਰ ਬਣਾਈ। ਜਨ ਹਿਤੈਸ਼ੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਨ ਜਨ ਕੀ ਬਾਤ ਜਨ ਹਿਤੈਸ਼ੀ ਕੇ ਸਾਥ। ਦੋਸਤੋ ਅੱਜ ਅਸੀਂ ਬੈਠੇ ਹਾਂ ਲੁਧਿਆਣੇ ਸ਼ਹਿਰ 'ਚ। ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਵੀ ਕਾਂਗਰਸ ਸਰਕਾਰ ਆਈ ਹੈ, ਪੰਜਾਬ ਦੇ ਵਿੱਚ ਜਦੋਂ ਵੀ ਕਾਂਗਰਸ ਸਰਕਾਰ ਆਈ ਹੈ, ਉਹਦੇ 'ਤੇ ਕੋਈ ਨਾ ਕੋਈ ਆਰੋਪ ਲੱਗਦੇ ਰਹੇ। ਅਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਿੱਛੇ ਜਦੋਂ ਕੈਪਟਨ ਸਰਕਾਰ ਆਈ ਸੀ, ਤੁਹਾਨੂੰ ਯਾਦ ਹੋਏ, ਤਾਂ ਇੱਕ ਬੜਾ ਵੱਡਾ ਘੁਟਾਲਾ ਹੋਇਆ ਸੀ, ਸਿਟੀ ਸੈਂਟਰ ਘੁਟਾਲਾ, ਜਿਹਦੇ ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਅਤੇ ਉਹਨਾਂ ਦੇ ਜਿਹੜੇ ਖਾਸਮ ਖਾਸ ਕੁਝ ਚਹੇਤੇ ਰਹੇ, ਈਵਨ ਲੁਧਿਆਣੇ ਸ਼ਹਿਰ ਦੇ ਵਿਧਾਇਕ ਵੀ ਇੱਕ ਸੰਜੇ ਤਲਵਾਰ ਜੀ ਵੀ ਨਾਲ ਉਹਦੇ ਵਿੱਚ ਸੰਲਿਪਤ ਰਹੇ ਅਤੇ ਉਹਨਾਂ ਨੂੰ ਵੀ ਕਾਫੀ ਦੇਰ ਪੇਸ਼ਗੀਆਂ ਕਰਨੀਆਂ ਪਈਆਂ। ਹੁਣ ਜਾ ਕੇ ਇੰਨੀ ਕੜੀ ਜਿਹੜੀ ਹੈਗੀ ਹੈ ਮੁਸ਼ੱਕਤ ਤੋਂ ਬਾਅਦ ਹੁਣ ਜਾ ਕੇ ਕਿਤੇ ਬਰੀ ਹੋਏ ਆ ਪਿੱਛੇ ਕੁਝ ਟਾਈਮ 'ਤੇ। ਪਰ ਹੁਣ ਇੱਕ ਨਵਾਂ ਘੁਟਾਲਾ ਜਿਹੜਾ ਕਿ ਬੜੀ ਹੀ ਜਲਦੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਆਰੋਪ ਲੱਗ ਗਏ ਹੈ ਔਰ ਇੰਡਸਟਰੀ ਦੇ ਬੜੇ ਬੇਬਾਕ ਨੇਤਾ ਜਿਹੜੇ ਹੈਗੇ ਆ, ਇੰਡਸਟਰੀ ਟ੍ਰੇਡ ਖੁੱਲ੍ਹ ਕੇ ਸਾਹਮਣੇ ਆ ਗਈ ਹੈ, ਕਿਉਂਕਿ ਉਹ ਕਹਿੰਦੇ ਕਿ ਹੁਣ ਅਸੀਂ ਜਿਹੜਾ ਹੈਗਾ ਸਰਕਾਰ ਤੋਂ ਹਿਸਾਬ ਮੰਗਾਂਗੇ। ਪਰ ਉਹਨਾਂ ਨੇ ਆਰੋਪ ਲਗਾਇਆ ਕਿ ਲੁਧਿਆਣੇ ਦੇ ਵਿੱਚ ਸਮਾਰਟ ਸਿਟੀ ਦੇ ਵਿੱਚ ਹੁਣ ਇੱਕ ਸਮਾਰਟ ਸਿਟੀ ਦੇ ਨਾਮ 'ਤੇ ਘੁਟਾਲਾ ਹੋਣ ਜਾ ਰਿਹਾ, ਬੁੱਢਾ ਦਰਿਆ ਘੁਟਾਲਾ। ਇਹ ਛੋਟਾ ਮੋਟਾ ਘੁਟਾਲਾ ਨਹੀਂ ਹੈ, ਜਿਹੜਾ ਸਰੇਆਮ ਆਰੋਪ ਲਗਾਏ ਜਾ ਰਿਹਾ ਹੈ ਇੰਡਸਟਰੀ ਟ੍ਰੇਡ ਵੱਲੋਂ, ਇੰਡਸਟਰੀ ਨੇਤਾਵਾਂ ਵੱਲੋਂ ਕਿ ਲਗਭਗ 325 ਕਰੋੜ ਦਾ ਘੁਟਾਲਾ ਹੈ। ਈਵਨ ਦੈਨ ਕਿ ਇੰਡਸਟਰੀ ਟ੍ਰੇਡ ਦੇ ਨੇਤਾਵਾਂ ਨੇ ਸਰੇਆਮ ਆਫਰ ਕਰ ਦਿੱਤੀ ਹੈ ਕਿ ਜਿਹੜਾ ਪ੍ਰੋਜੈਕਟ ਇਹ ਬਣਾ ਰਹੇ ਹੈ ਉਹ ਵਾਇਬਲ ਹੀ ਨਹੀਂ ਹੈ, ਅਤੇ ਸੇਮ ਪ੍ਰੋਜੈਕਟ ਅਸੀਂ 325 ਕਰੋੜ ਰੁਪਏ 'ਚ 50% 'ਚ ਬਣਾ ਦਾਂਗੇ। ਅਤੇ ਸਰਕਾਰ ਦਾ ਜੇ ਸਿੱਧਾ 50% ਬਚਦਾ ਹੈ ਅਤੇ ਸਰਕਾਰ ਕਿਉਂ ਨਹੀਂ ਇਹ ਚੀਜ਼ਾਂ ਕਰ ਸਕਦੀਆਂ। ਇੱਥੇ ਤੱਕ ਕਿ ਮੇਅਰ 'ਤੇ ਵੀ ਜਿਹੜੇ ਸਾਡੇ ਮੇਅਰ ਸਾਹਿਬ ਹੈ ਜਾਂ MP ਬਿੱਟੂ ਜੀ ਹੈਗੇ ਜਾਂ ਹੋਰ ਕਾਰਪੋਰੇਸ਼ਨ ਦੇ ਅਧਿਕਾਰੀ ਆ, ਉਹਨਾਂ 'ਤੇ ਵੀ ਆਰੋਪ ਲਗਾ ਰਹੇ ਹੈ ਕਿ ਉਹ ਇੰਨਾ ਫੰਡ ਤਾਂ ਦੇ ਰਹੇ ਆ ਇਸ ਚੀਜ਼ ਲਈ, ਪਰ ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੀ ਪ੍ਰੋਜੈਕਟ ਰਿਪੋਰਟ ਕਿਹਨੇ ਬਣਾਈ, ਇਹਦੀ DPR ਕਿਹਨੇ ਬਣਾਈ। ਇਹ ਚੀਜ਼ਾਂ ਤੋਂ ਇਹ ਆਰੋਪ ਲੱਗ ਰਹੇ ਆ ਇਹਨਾਂ 'ਤੇ। ਅਤੇ ਦੂਜੇ ਪਾਸੇ ਇੱਕ ਹੋਰ ਵੀ ਨਵੇਂ ਸਵਾਲਾਂ ਦਾ ਮੁੱਦਾ ਛਿੜ ਗਿਆ ਕਿ ਸਿਟੀ ਸੈਂਟਰ ਜਿਹੜਾ ਕਿ ਅੱਜ ਚਾਹੇ ਕੈਪਟਨ ਸਾਹਿਬ ਬਰੀ ਹੋ ਗਏ, ਕਰੋੜਾਂ ਰੁਪਈਆ ਲੋਕਾਂ ਦਾ ਆਲਰੇਡੀ ਉੱਥੇ ਫਸਿਆ ਪਿਆ। ਲੋਕਲ ਮੰਤਰੀ ਨੇ ਵੀ ਕਿਹਾ, ਵਿਧਾਇਕਾਂ ਨੇ ਵੀ ਕਿਹਾ ਕਿ ਅਸੀਂ ਉਹਨੂੰ ਜਲਦ ਸ਼ੁਰੂ ਕਰਾਵਾਂਗੇ, ਉਹ ਤਾਂ ਸ਼ੁਰੂ ਨਹੀਂ ਹੋਇਆ। ਇੱਕ ਨਵੇਂ ਘੁਟਾਲੇ ਦੀ ਚਰਚਾਵਾਂ ਬਹੁਤ ਤੇਜ਼ੀ ਨਾਲ ਫੈਲ ਗਈਆਂ ਅਤੇ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਸਾਡੇ ਇੰਡਸਟਰੀ ਦੇ ਨੇਤਾ ਤਰੁਣਜਨ ਬਾਵਾ ਜੀ ਨਾਲ। ਹੁਣ ਤੁਹਾਨੂੰ ਇੱਕ ਲੇਟੈਸਟ ਗੱਲ ਦੱਸਦਾ, ਇਹਨਾਂ ਨੇ ਇੱਕ 650 ਕਰੋੜ ਦਾ ਆਉਣ ਵਾਲਾ ਇੱਕ ਘੁਟਾਲਾ ਹੋਰ ਹੋਣ ਜਾ ਰਿਹਾ। ਜਿਸ ਤਰ੍ਹਾਂ ਤੁਹਾਨੂੰ ਯਾਦ ਹੋਏਗਾ, ਕਾਂਗਰਸ ਦੀ ਗਵਰਨਮੈਂਟ ਨੇ 2002 ਦੇ ਵਿੱਚ ਇੱਕ ਲੁਧਿਆਣਾ ਸਿਟੀ ਸੈਂਟਰ ਦਾ ਇਹਨਾਂ ਦੇ ਟਾਈਮ 'ਤੇ ਘੁਟਾਲਾ ਹੋਇਆ ਸੀਗਾ। ਇੱਕ ਐਡਵਾਂਸ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ, ਔਰ ਲੁਧਿਆਣਾ ਸ਼ਹਿਰ ਦੀ ਪੂਰੀ ਪਬਲਿਕ ਨੂੰ ਇਸ ਬਾਰੇ ਅਵੇਅਰ ਕਰਨ ਜਾ ਰਹੇ ਹਾਂ। ਇੱਕ 650 ਕਰੋੜ ਦਾ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਇੱਕ ਹੋਰ ਘੁਟਾਲਾ ਹੋਣ ਜਾ ਰਿਹਾ। ਮਤਲਬ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਸਿਟੀ ਸੈਂਟਰ ਘੁਟਾਲੇ ਤੋਂ ਬਾਅਦ ਹੁਣ ਸਮਾਰਟ ਸਿਟੀ ਘੁਟਾਲਾ ਹੋਏਗਾ ਬੁੱਢੇ ਨਾਲੇ ਦੇ ਨਾਮ 'ਤੇ। ਯੈਸ ਬਿਲਕੁਲ। ਔਰ ਮੈਂ ਤੁਹਾਨੂੰ ਇੱਕ ਉਹਦੇ 'ਚ ਉਸ ਘੁਟਾਲੇ ਦਾ ਮੈਂ ਤੁਹਾਨੂੰ ਉਹਦੇ ਮੈਂ ਕੀ ਪਿੰਸ ਤੁਹਾਨੂੰ ਮੈਂ ਦੱਸਦਾ। ਇਹਨਾਂ ਨੇ ਮੈਂ 650 ਕਰੋੜ ਦੀ DPR ਮੈਂ ਸਟੱਡੀ ਕੀਤੀ ਸੀਗੀ, ਕਿਉਂਕਿ ਅਸੀਂ ਹੁਣ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਨ ਲਗਾਇਆ ਨਾ, ਅਤੇ ਸਾਨੂੰ ਥੋੜ੍ਹੀ ਜਿਹੀ ਨੌਲੇਜ ਹੋ ਗਈ ਅਬਾਊਟ CTPs ਐਂਡ STPs। ਇੱਕ ਥੰਬ ਰੂਲ ਹੈਗਾ, ਇੱਕ CTP 1 ਕਰੋੜ ਰੁਪਏ ਪ੍ਰਤੀ MLD ਤੋਂ ਵੱਧ ਉਸ ਦੀ ਇੰਸਟਾਲੇਸ਼ਨ ਕਾਸਟ ਨਹੀਂ ਆਉਂਦੀ, ਔਰ STP ਦੀ ਕਾਸਟ ਤਾਂ ਉਸ ਤੋਂ ਵੀ ਘੱਟ ਆਉਂਦੀ ਹੈ। ਇਹਨਾਂ ਨੇ 225 MLD STP ਦੀ ਕਾਸਟ ਉਸ ਦੇ ਵਿੱਚ 375 ਕਰੋੜ ਰੁਪਏ ਦੱਸੀ ਗਈ, ਜਦ ਕਿ ਮੇਰੇ ਮੁਤਾਬਿਕ ਆਹ 200 ਕਰੋੜ ਤੋਂ ਵੱਧ ਇਸ ਦੀ ਇੰਸਟਾਲੇਸ਼ਨ ਕਾਸਟ ਆਈ ਨਹੀਂ ਸਕਦੀ। ਔਰ ਦਰਸਾਈ ਗਈ ਹੈਗੀ ਡੀਪੀਆਰ ਦੇ ਵਿੱਚ 375 ਕਰੋੜ ਰੁਪਇਆ।
ਤੇ ਆਊਟ ਆਫ ਦਿਸ 650 ਕਰੋੜ ਰੁਪੀਸ 175 ਕਰੋੜ ਦਾ ਓਵਰ ਜੀ ਐਸਟੀਮੇਟ ਇਹਨਾਂ ਨੇ ਬਣਾ ਕੇ ਆ ਪੈਸਾ ਖਾਣ ਦੀ ਤਿਆਰੀ ਪਹਿਲੇ ਹੀ ਕਰ ਲਈ ਹੈ। ਆ ਮੈਂ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਪਹਿਲੇ ਆ ਦੀਵਾਲੀ ਦਾ ਗਿਫਟ ਦੇ ਰਿਹਾ ਹੈਗਾ। ਔਰ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਸਰਕਾਰ ਕੁਝ ਕਰਨ ਲੱਗਦੀ ਹੈ ਉਦੋਂ ਆਰੋਪ ਪ੍ਰਤਿਆਰੋਪ ਲੱਗ ਜਾਂਦੇ ਹੈ, ਠੀਕ ਹੈ। ਇਦਾਂ ਤਾਂ ਨਹੀਂ ਕਿ ਕਿਤੇ ਤੁਹਾਡਾ ਪ੍ਰੋਜੈਕਟ ਪਾਸ ਨਹੀਂ ਹੋਇਆ ਤੇ ਤੁਸੀਂ ਜਿਹੜਾ ਸਰਕਾਰ ਉਹ ਕਰਾ ਰਹੀ ਹੈ ਉਹਨੂੰ ਤੁਸੀਂ ਕਹਿ ਰਹੇ ਹੋ ਕਿ ਉਸ 'ਤੇ ਉਂਗਲੀਆਂ ਚੱਕ ਰਹੇ ਹੋ? ਸਰ ਮੇਰਾ ਤਾਂ ਕੋਈ ਐਸ ਸੱਚ ਮੇਰਾ ਤਾਂ ਕੋਈ ਪ੍ਰੋਜੈਕਟ ਸੀਗਾ ਹੀ ਨਹੀਂ। 50 MLD ਦਾ ਜਿਹੜਾ ਤੁਸੀਂ ਕਹਿ ਰਹੇ ਹੋ? ਨਹੀਂ ਸਰ, ਸਾਡੇ ਤਾਂ 3 CTP ਹੈਗੇ ਨਾ ਜੀ। ਜੀ ਜੀ ਜੀ। ਇੱਕ ਮੈਂ ਤਾਂ ਆਪਣਾ ਚਾਲੂ ਕਰ ਲਿਆ CTP ਜੀ। ਦੂਸਰਾ ਸਾਡੇ ਤਾਜਪੁਰ ਰੋਡ ਦੇ ਉੱਤੇ ਮਿਸਟਰ ਬੌਬੀ ਜਿੰਦਲ ਹੈਗੇ ਨੇ, ਆਈ ਥਿੰਕ 40 MLD ਦਾ ਉਹ ਲਗਾ ਰਹੇ ਨੇ CTP। ਇੱਕ ਸਾਡੇ ਮਿਸਟਰ ਮਹਿਤਾਨੀ ਨੇ ਫੋਕਲ ਪੁਆਇੰਟ ਇੰਡਸਟਰੀ ਦਾ। ਸਭ ਆਪਣੀ ਇੰਡਸਟਰੀ ਤੱਕ ਸੀਮਿਤ ਹੈ, ਪਰ ਮੈਂ ਇਸ ਕਰਕੇ ਤੁਹਾਨੂੰ ਇਸ ਬਾਰੇ ਮੈਨੂੰ ਥੋੜੀ ਜਿਹੀ ਨੌਲੇਜ ਇਸ ਕਰਕੇ ਹੈ ਬਿਕੋਜ਼ ਵੀ ਹੈਵ ਆਲਰੇਡੀ ਬੀਨ ਇੰਸਟਾਲ ਆਵਰ CTPs। ਸਾਨੂੰ ਉਹਦੀ ਇੰਸਟਾਲੇਸ਼ਨ ਕਾਸਟ ਪਤਾ ਹੈ ਔਰ ਸਾਨੂੰ ਉਹਦੀ ਟ੍ਰੀਟਮੈਂਟ ਦੀ ਕਾਸਟ ਵੀ ਪਤਾ ਹੈ ਔਰ ਸਾਨੂੰ ਉਸ ਦੀ ਟੈਕਨੋਲੋਜੀ ਵੀ ਪਤਾ ਲੱਗ ਗਈ। 7 ਸਾਲ ਮੇਰੀ ਐਸੋਸੀਏਸ਼ਨ ਨੇ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਵਾਸਤੇ ਮਿਹਨਤ ਕੀਤੀ, ਅਣਥੱਕ ਮਿਹਨਤ ਕੀਤੀ। ਹੁਣ ਤਾਂ ਅਸੀਂ ਖੁਦ ਹੀ ਇੱਕ ਤਰ੍ਹਾਂ ਦੇ PhD ਡਾਕਟਰ ਬਣ ਗਏ ਹੈਗੇ। ਸਾਨੂੰ ਹੀ ਤੁਸੀਂ ਜੋ ਮਰਜ਼ੀ ਪੁੱਛ ਲਓ BOD ਬਾਰੇ, COD ਬਾਰੇ, TSS ਬਾਰੇ, TDS ਬਾਰੇ। ਅਸੀਂ ਥੋੜ੍ਹਾ ਬਹੁਤਾ ਅਸੀਂ ਜੇ ਆਪ ਹੀ ਅਸੀਂ ਉਹ ਕਹਿੰਦੇ ਨਾ ਬੱਚਾ ਡਿੱਗ ਡਿੱਗ ਕੇ ਜਵਾਨ ਹੋ ਜਾਂਦਾ ਹੈਗਾ, ਅਸੀਂ ਆਪ ਹੀ ਹੁਣ PhD ਡਾਕਟਰ ਬਣ ਗਏ ਇਹਦੇ ਟ੍ਰੀਟਮੈਂਟ ਦੇ। ਸਰ ਜੇ ਗੱਲ ਕੀਤੀ ਜਾਏ ਕਿ ਤੁਸੀਂ ਇੰਡਸਟਰੀ ਨੇਤਾ ਵੀ ਹੈਗੇ ਹੋ ਔਰ ਸਾਰੀ ਇੰਡਸਟਰੀ ਤੁਹਾਡੇ ਮਤਲਬ ਇੱਕ ਇਸ਼ਾਰੇ 'ਤੇ ਅਸੀਂ ਦੇਖਿਆ ਕਿ ਕਦੀ ਤੁਸੀਂ ਜਿਹੜਾ ਕਿ ਡਿਪਾਰਟਮੈਂਟ ਇਨਕਮ ਟੈਕਸ ਵਰਗੇ ਹੁੰਦੇ ਆ ਜਿੱਥੇ ਕੋਈ ਛੇਤੀ ਜਾਣਾ ਨਹੀਂ ਜਾਂਦਾ, ਤੁਸੀਂ ਉੱਥੇ ਜਾ ਕੇ ਵੀ ਆਪਣੀਆਂ ਗੱਲਾਂ ਮਨਵਾਈਆਂ ਵਿਦ ਡਿਊ ਰਿਸਪੈਕਟ ਅਤੇ ਵਿਦ ਉਹਨਾਂ ਦੇ ਦੋਨਾਂ ਦੇ ਕੰਸਰਨ ਨਾਲ। ਫਿਰ ਜਦ ਤੁਹਾਨੂੰ ਪਤਾ ਹੈ ਕਿ ਸ਼ਹਿਰ ਦੇ ਵਿੱਚ ਐਡਾ ਵੱਡਾ ਘੁਟਾਲਾ ਹੋਣ ਜਾ ਰਿਹਾ ਹੈ ਤੇ ਤੁਸੀਂ ਕੀ ਵੇਟ ਕਰ ਰਹੇ ਹੋ ਕਿ ਪਹਿਲਾਂ ਘੁਟਾਲਾ ਹੋਵੇ ਫਿਰ ਅਸੀਂ ਉਹਨੂੰ ਲੋਕਾਂ ਨੂੰ ਦੱਸਾਂਗੇ ਜਾਂ ਫਿਰ ਉਹਦੇ ਅਗੇਂਸਟ ਉਂਗਲ ਚੱਕਾਂਗੇ? ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਦਾਂ ਕਿਉਂ ਨਹੀਂ ਕਰਦੇ ਕਿ ਪਹਿਲਾਂ ਹੀ ਉਸ ਚੀਜ਼ 'ਤੇ ਉਂਗਲੀ ਚੱਕੀ ਜਾਏ? ਸਰ ਮੈਂ ਤਕਰੀਬਨ ਜਨਵਰੀ ਦਾ ਮੈਂ ਇਸ ਬੁੱਢੇ ਨਾਲੇ ਦੇ ਉੱਤੇ ਆਪਣੀ ਆਵਾਜ਼ ਮੈਂ ਬੁਲੰਦ ਕਰਦਾ ਆ ਰਿਹਾ। ਤੁਸੀਂ ਅਖਬਾਰਾਂ ਦੇ ਵਿੱਚ ਵੀ ਕਈ ਵਾਰੀ ਦੇਖਿਆ ਹੋਵੇਗਾ ਜਿਹੜੇ ਇਸ ਆਪਣੇ ਆਨਰੇਬਲ CM ਸਾਹਿਬ ਨੇ ਇਸ ਬੁੱਢੇ ਨਾਲੇ ਕਮੇਟੀ ਦੇ ਚੇਅਰਮੈਨ ਸਤਿਗੁਰੂ ਜੀ ਮਹਾਰਾਜ ਉਦੈ ਸਿੰਘ ਜੀ ਨੂੰ ਬਣਾਇਆ ਸੀਗਾ। ਤੇ ਉਹਨਾਂ ਕੋਲ ਵੀ ਅਸੀਂ ਜਾ ਕੇ ਬੇਨਤੀ ਕਰਕੇ ਆਏ ਹਾਂ ਜੀ। ਅਸੀਂ ਆਪਣੇ ਤਮਾਮ ਮੇਅਰ ਸਾਹਿਬ ਨੂੰ, ਮੰਤਰੀ ਜੀ ਨੂੰ ਅਸੀਂ ਸਾਰਿਆਂ ਨੂੰ ਇਸ ਬਾਰੇ ਦੱਸਿਆ ਵੀ ਇਹ ਕੰਮ ਗਲਤ ਹੋਣ ਜਾ ਰਿਹਾ ਹੈਗਾ। ਅਖਬਾਰਾਂ ਵਿੱਚ ਕਈ ਵਾਰੀ ਮੇਅਰ ਸਾਹਿਬ ਨੇ ਵੀ ਔਰ MP ਸਾਹਿਬ ਨੇ ਵੀ ਇਸ ਚੀਜ਼ ਬਾਰੇ ਕਿਹਾ ਸੀ ਵੀ ਸਾਨੂੰ ਪੁੱਛਿਆ ਨਹੀਂ ਜਾ ਰਿਹਾ। ਆ ਬੁੱਢੇ ਨਾਲੇ ਦੀ ਜੋ DPR ਜਿਨ੍ਹਾਂ ਲੋਕਾਂ ਨੇ ਬਣਾਈ ਹੈ ਵੀ ਸਾਨੂੰ ਵੀ ਪੁੱਛਿਆ ਨਹੀਂ ਗਿਆ ਔਰ ਉੱਪਰੋਂ ਦੀ ਪਤਾ ਨਹੀਂ ਕਿਹੜੇ ਇਸ ਤਰ੍ਹਾਂ ਦੇ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਦੇ ਜਾਂ PMIDC ਦੇ ਕੁਝ ਅਫਸਰ ਜਿਹੜੇ ਆਪਸ 'ਚ ਸਾਂਠ-ਗਾਂਠ ਜੋ ਸਾਨੂੰ ਸਮੈਲ ਆ ਰਹੀ ਹੈਗੀ ਹੈ ਵੀ ਉੱਪਰੋਂ ਦੀ ਹੀ ਆ ਬੰਦ ਕਮਰੇ 'ਚ ਕਲੋਜ਼ ਡੋਰ ਦੇ ਵਿੱਚ ਆ DPR ਤਿਆਰ ਹੋਈ ਹੈਗੀ ਹੈ। ਹੁਣ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ ਜੀ ਸਰ। ਸਾਡੇ ਉੱਥੇ ਗਊਸ਼ਾਲਾ ਉੱਥੇ ਸ਼ਮਸ਼ਾਨ ਘਾਟ ਦੇ ਕੋਲ ਸ਼ਿੰਗਾਰ ਸਮੇਤ ਔਰ ਟਰਾਂਸਪੋਰਟ ਨਗਰ ਤੋਂ ਪਿੱਛੋਂ ਦੀ ਪਾਣੀ ਆ ਰਿਹਾ। ਹਾਂਜੀ, ਉਹ ਪਾਣੀ ਆ ਕੇ ਅਸੀਂ ਬੁੱਢੇ ਨਾਲੇ ਵਿੱਚ ਗਿਰਦਾ। ਬਿਲਕੁਲ ਠੀਕ ਹੈ ਜੀ। ਹੁਣ ਤੁਸੀਂ ਦੇਖੋ ਆ ਬੁੱਢਾ ਨਾਲਾ ਜਿੱਥੋਂ ਸ਼ੁਰੂ ਹੁੰਦਾ ਹੈਗਾ ਤਾਜਪੁਰ ਜੇਲ੍ਹ ਦੇ ਸਾਹਮਣੇ ਜਿੱਥੋਂ STP ਜਮਾਲਪੁਰ ਹੈਗਾ ਆ ਤਕਰੀਬਨ ਗਊਸ਼ਾਲਾ ਸ਼ਮਸ਼ਾਨ ਘਾਟ ਤੋਂ ਲੈ ਕੇ ਉੱਥੇ ਤੱਕ ਦਾ ਮੇਰੇ ਖਿਆਲ 7 ਤੋਂ 8 ਕਿਲੋਮੀਟਰ ਦਾ ਉਹ ਡਿਸਟੈਂਸ ਹੋਏਗਾ ਜੀ। ਉਸ DPR ਦੇ ਵਿੱਚ ਉੱਥੇ ਗਿਰ ਰਹੇ ਪਾਣੀ ਨੂੰ ਜਿਹੜਾ ਕਿ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਨਾਲ ਨਾਲੇ ਤੋਂ ਹੁੰਦਾ ਹੋਇਆ ਟਰਾਂਸਪੋਰਟ ਨਗਰ ਦਾ ਪਾਣੀ ਸ਼ਿੰਗਾਰ ਸਿਨਮੇ ਤੋਂ ਹੁੰਦਾ ਹੋਇਆ ਜਿਹੜਾ ਬੁੱਢੇ ਨਾਲੇ 'ਚ ਗਿਰਿਆ ਉਸ ਨੂੰ ਕਹਿੰਦੇ ਜੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਗੇ ਔਰ ਉਹਨੂੰ STP ਨੂੰ ਜਿਹੜਾ ਜਮਾਲਪੁਰ ਹੈਗਾ ਜਿਹੜਾ ਕਿ ਫਸਟ ਪੁਆਇੰਟ ਦੇ ਉੱਪਰ ਸਟਾਰਟ ਹੁੰਦਾ ਹੈਗਾ ਆ ਬੁੱਢਾ ਨਾਲਾ ਉੱਥੇ ਜਾ ਕੇ ਉਸਨੂੰ ਟ੍ਰੀਟ ਕਰਨਗੇ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਵੀ ਬੁੱਢਾ ਨਾਲਾ ਤਾਜਪੁਰ ਤੋਂ ਹਮੜਾ ਵਾਲੇ ਪਾਸੇ ਜਾ ਰਿਹਾ ਜੀ, ਸਾਨੂੰ STP ਅਪਗ੍ਰੇਡ ਜਾਂ ਉਸ ਦੀ ਕੈਪੈਸਿਟੀ ਨੂੰ ਡਾਊਨ ਸਟਰੀਮ 'ਚ ਵਧਾਉਣੀ ਚਾਹੀਦੀ ਜਾਂ ਅਪ ਸਟਰੀਮ 'ਚ ਵਧਾਉਣੀ ਚਾਹੀਦੀ ਹੈ? ਡਾਊਨ ਸਟਰੀਮ 'ਚ। ਤੁਸੀਂ ਪਹਿਲਾ ਜਵਾਬ ਤੁਸੀਂ ਆਪ ਹੀ ਦਿੱਤਾ ਵੀ ਡਾਊਨ ਸਟਰੀਮ। ਅਗਰ ਕਿਸੇ ਮੈਂ ਕਹਿੰਦਾ ਜੀ ਇੱਕ ਅਣਜਾਣ ਬੰਦੇ ਨੂੰ ਵੀ ਪੁੱਛਾਂਗੇ ਨਾ ਵੀ ਪਾਣੀ ਦਾ ਫਲੋ ਜਿਸ ਪਾਸੇ ਜਾ ਰਿਹਾ ਹੈ ਸਾਨੂੰ ਉਹ ਡਾਊਨ ਸਟਰੀਮ ਦੇ ਉੱਤੇ ਸਾਨੂੰ ਉਹਦੀ ਕੈਪੈਸਿਟੀ ਨੂੰ ਵਧਾਉਣਾ ਚਾਹੀਦਾ ਹੈ। ਆ ਸਾਡੇ ਕਾਰਪੋਰੇਸ਼ਨ ਵਾਲਿਆਂ ਨੇ ਸਿਰਫ ਇਸ DPR 650 ਕਰੋੜ ਰੁਪਏ ਦੀ ਸਾਡੇ ਲੋਕਾਂ ਦੀ ਹਾਰਡ ਐਂਡ ਮਨੀ ਨੂੰ ਇਹਨੂੰ ਖਾਣ ਦੇ ਵਾਸਤੇ ਇਹਨਾਂ ਨੇ ਗਲਤ ਪ੍ਰੋਜੈਕਟ ਸਾਰਾ ਆਹ DPR 'ਚ ਬਣਾਇਆ ਔਰ ਇਹਦਾ ਟੈਂਡਰ ਕਿਸ ਤਰ੍ਹਾਂ ਕਿਹੜੀ ਕੰਪਨੀ ਨੂੰ ਦਿੱਤਾ ਗਿਆ ਹੈਗਾ ਸਾਡੀ ਸਮਝ ਤੋਂ ਬਾਹਰ ਹੈ ਜੀ। ਹੁਣ ਕਰੋਨਾ ਕਾਲ ਦੇ ਟਾਈਮ ਕਿਉਂਕਿ ਲੋਕਡਾਊਨ ਹੋ ਗਿਆ ਸੀਗਾ ਮੈਂ ਜਨਵਰੀ ਤੋਂ ਇਸ ਚੀਜ਼ ਦੀ ਆਵਾਜ਼ ਚੱਕਦਾ ਆ ਰਿਹਾ ਹੈਗਾ। ਹੁਣ ਅਸੀਂ ਥੋੜ੍ਹੇ ਦਿਨਾਂ ਬਾਅਦ ਆਹ ਦੀਵਾਲੀ ਤੋਂ ਬਾਅਦ ਸਾਡਾ ਅੱਜ ਕੱਲ੍ਹ ਸੀਜ਼ਨ ਵੀ ਹੈਗਾ ਦਸੰਬਰ ਤੋਂ ਮੈਂ ਪੂਰੀ ਆਪਣੇ ਸ਼ਹਿਰ ਦੇ ਲੋਕਾਂ ਨੂੰ NGOs ਨੂੰ ਇੰਡਸਟਰੀ ਨੂੰ ਲੈ ਕੇ ਅਸੀਂ ਜ਼ੋਰਦਾਰ ਇਹਦਾ ਵਿਰੋਧ ਪ੍ਰਦਰਸ਼ਨ ਅਸੀਂ ਸ਼ੁਰੂ ਕਰਾਂਗੇ। ਅਸੀਂ ਆ 650 ਕਰੋੜ ਰੁਪਇਆ ਆਪਣਾ ਆ ਲੱਗੇਗਾ ਤੇ ਠੀਕ ਤਰੀਕੇ ਨਾਲ ਲੱਗੇਗਾ। ਅਸੀਂ ਆਪਣੇ ਪੈਸੇ ਨੂੰ ਬਰਬਾਦ ਨਹੀਂ ਹੋਣ ਦਿਆਂਗੇ।
ਇਸ ਦੀ ਇੱਕ ਇੱਕ ਪੇਜ ਦੇ ਪੰਨੇ ਦੀ ਕਾਪੀ ਨੂੰ ਅਸੀਂ ਡਿਸਕਸ ਕਰਾਂਗੇ ਔਰ ਲੋਕਾਂ ਨੂੰ ਦੱਸਾਂਗੇ ਵੀ ਆ ਗਲਤ ਸਾਰਾ ਪ੍ਰਪੋਜ਼ ਹੋਇਆ ਹੈ। ਜੇ ਹੁਣ ਦੀ ਡੀਪੀਆਰ ਰਿਪੋਰਟ ਨੂੰ ਚੈੱਕ ਕੀਤਾ ਜਾਵੇ ਐਸ ਪਰ ਤੁਹਾਡਾ ਐਕਸਪੀਰੀਅੰਸ ਜੋ ਹਜੇ ਕੀ ਕਹਿ ਰਿਹਾ ਜਾ ਰਿਹਾ ਕਿ ਇਸ ਡੀਪੀਆਰ ਦੇ ਹਿਸਾਬ ਨਾਲ ਜੇ 650 ਕਰੋੜ ਹੈ ਤਾਂ ਕਿੰਨੇ ਦਾ ਘੁਟਾਲਾ ਹੋ ਜਾਏਗਾ ਵਿੱਚੋਂ? 50-50 ਜੇ ਮੈਂ ਸਰੇਆਮ ਤੁਹਾਡੇ ਤੇ ਆਰੋਪ ਲਗਾਵਾਂ, ਜੇ ਤੁਸੀਂ ਸਿੱਧੀ ਜੀ ਗੱਲ ਕਹੋ ਕਿ ਆਰੋਪ ਵੀ ਲਗਾਵਾਂ, ਤਾਂ ਤੁਸੀਂ ਜਿਹੜੇ ਜਿਨ੍ਹਾਂ ਦਾ ਇਹ ਪ੍ਰੋਜੈਕਟ ਹੈ ਸਾਡੇ ਸ਼ਹਿਰ ਦੇ ਲਾਈਫਲਾਈਨ ਮੰਤਰੀ ਜੀ, ਉਹਨਾਂ ਦੇ ਖਾਸ ਦੋਸਤ ਹੋ, ਕੀ ਤੁਸੀਂ ਸਿੱਧਾ ਉਹਨਾਂ ਤੇ ਆਰੋਪ ਲਗਾ ਰਹੇ ਹੋ? ਨਹੀਂ, ਮੈਂ ਕਿਸੇ ਦਾ ਆਰੋਪ ਨਹੀਂ ਲਗਾ ਰਿਹਾ ਸਰ। ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ। ਕਿਹਨਾਂ ਦਾ? ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਲੁਧਿਆਣੇ ਸ਼ਹਿਰ ਦੀ ਜਿਹੜੀ ਲਾਈਫਲਾਈਨ ਬਣ ਚੁੱਕੇ ਹੈ, ਮਿਹਨਤ ਕਰਕੇ ਇੱਕ ਵਿਜ਼ਨਰੀ ਇੱਥੇ ਦੇ ਉਹ ਨੇਤਾ ਬਣ ਚੁੱਕੇ ਹੈ, ਔਰ ਤੁਹਾਡੇ ਖਾਸ ਦੋਸਤ ਹੈ, ਤੁਸੀਂ ਬਹੁਤ ਸਾਰੀਆਂ ਲੜਾਈਆਂ ਇਕੱਠੇ ਲੜੀਆਂ, ਸ਼ਾਇਦ ਉਹ ਇਸ ਮੁਕਾਮ ਤੱਕ ਪਹੁੰਚੇ ਉਹਦੇ ਵਿੱਚ ਵੀ ਤੁਹਾਡਾ ਕਿਤੇ ਨਾ ਕਿਤੇ ਯੋਗਦਾਨ ਰਿਹਾ ਹੋਏਗਾ। ਪਰ ਅੱਜ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਉਹਨਾਂ ਨੂੰ ਏਡੀ ਵੱਡੀ ਪੋਸਟ 'ਤੇ ਬੈਠ ਕੇ ਉਹਨਾਂ ਨੂੰ ਨਹੀਂ ਸਮਝ ਕਿ 650 ਕਰੋੜ ਦਾ ਸਰੇਆਮ ਉਹ ਘੁਟਾਲਾ ਹੋਣ ਦੇਣਗੇ, ਚਲੋ 300 ਕਰੋੜ ਦਾ ਘੁਟਾਲਾ ਹੋਣ ਦੇਣਗੇ? ਦੇਖੋ ਜੀ, ਫਸਟ ਆਫ ਆਲ ਅੱਜ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੈਗੇ ਹੋ ਜੀ। 650 ਕਰੋੜ ਦਾ ਜਿਹੜਾ ਪ੍ਰੋਜੈਕਟ ਹੈਗਾ ਨਾ ਜੀ, ਮੈਂ ਅੱਜ ਐਫੀਡੇਵਿਟ ਮੈਂ ਤੁਹਾਨੂੰ ਸਵੇਰੇ ਦਿੰਦਾ ਹੈਗਾ ਜੀ। ਆਹੀ ਵਾਲਾ ਜਿੰਨਾ ਉਹਦੇ ਵਿੱਚ ਕੰਮ ਪ੍ਰਪੋਜ਼ ਕੀਤਾ ਗਿਆ ਹੈਗਾ, ਮੈਂ ਤੁਹਾਨੂੰ ਆ ਕੰਮ 325 ਕਰੋੜ ਦੇ ਵਿੱਚ ਕਰਵਾ ਦਿੰਦਾ। ਉਸ ਵੀ ਕੁਝ ਬਚਤ ਕਰਾਉਂਗੇ। ਫਿਰ ਤਰੁਣ ਜੈਨ ਬਾਬਾ ਦਾ ਐਕਸਪੀਰੀਅੰਸ ਕੀ ਹੋਇਆ? ਇਹ ਤਾਂ ਅਨਐਕਸਪੀਰੀਅੰਸ ਬੰਦੇ ਦਾ ਹੋਇਆ। ਤੁਸੀਂ ਤਾਂ 3 CTP ਪਲਾਂਟ ਇੰਸਟਾਲ ਕਰਵਾ ਚੁੱਕੇ ਹੋ। ਫਿਰ ਤੁਹਾਡੀ ਉਹ ਐਫੀਸ਼ੀਐਂਸੀ, ਫਿਊਲ ਐਫੀਸ਼ੀਐਂਸੀ, ਜਿਹੜੀ ਤੁਹਾਡੀ ਸਕਿਲਡ ਐਫੀਸ਼ੀਐਂਸੀ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਕਿੱਥੇ ਗਈ? ਸਰ 50% ਡਿਸਕਾਊਂਟ ਦੇ ਰਹੇ। ਸਰ ਮੈਂ ਤਾਂ 50 ਤੋਂ ਬਾਅਦ ਮੈਂ ਤਾਂ ਉਹ ਨਹੀਂ ਨਾ, ਸਰਕਾਰ ਨਹੀਂ ਨਾ ਹੈਗੀ। ਮੈਂ ਤਾਂ ਕੋਈ ਵਿੱਚੋਂ ਆਪਣੀ ਇਹ ਵੀ ਨਹੀਂ ਕਿਹਾ ਕਿ ਮੈਨੂੰ ਕੁਝ ਮਿਲੇ। ਮੈਂ ਤਾਂ ਤੁਹਾਨੂੰ ਸਿੱਧਾ ਕਿਹਾ ਜੇ ਸਰਕਾਰ, ਤੁਸੀਂ ਮਜ਼ਾ ਤਾਂ ਹੈ ਨਾ, ਤੁਹਾਡੀ ਐਫੀਸ਼ੀਐਂਸੀ ਵੀ ਤਾਂ ਆਈ। ਇਹ ਤਾਂ ਇੱਕ ਆਮ ਆਦਮੀ, ਤੁਸੀਂ ਹੁਣੇ ਕਮੈਂਟ ਕੀਤਾ ਸੀ ਕਿ ਆਮ ਆਦਮੀ ਵੀ ਇੰਨਾ ਕਰ ਦੇਗਾ, ਤੇ ਜੇ ਸਕਿਲਡ ਕਰੇਗਾ? ਨੋ, ਇੱਕ ਆਮ ਬੰਦਾ ਨਹੀਂ, ਆ ਸਿਰਫ ਇੱਕ ਸਕਿਲਡ ਬੰਦਾ ਹੀ ਔਰ ਇੱਕ ਤਜਰਬੇਕਾਰ ਬੰਦਾ ਹੀ ਇਸ ਤਰ੍ਹਾਂ ਦਾ ਬਿਆਨ ਦੇ ਸਕਦਾ ਹੈਗਾ। ਆਮ ਆਦਮੀ, ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਤੁਹਾਨੂੰ ਇਹ ਅਗਰ ਕਹਾਂ ਵੀ 650 ਕਰੋੜ ਦਾ ਪ੍ਰੋਜੈਕਟ ਹੈਗਾ, ਤੁਹਾਨੂੰ ਤਾਂ ਇਹਦੇ ਟੈਕਨੀਕਲੀ ਤੁਹਾਨੂੰ ABC ਵੀ ਸ਼ਾਇਦ ਮੈਂ ਸਮਝਦਾ ਵੀ ਨਹੀਂ ਪਤਾ ਹੋਏਗੀ। ਸੋ ਤੁਸੀਂ ਕੋਈ ਵੀ ਜਿਸ ਬੰਦੇ ਨੇ ਆਹ ਕੰਮ ਕੀਤਾ ਹੋਇਆ ਜੀ, ਅਸੀਂ ਜਿਸ ਤਰ੍ਹਾਂ ਹੁਣ CTP ਉੱਥੇ ਲਗਾਇਆ, ਵੀ ਨੋ ਵੀ ਇਹ 650 ਕਰੋੜ ਦਾ ਜਿਹੜਾ ਕੰਮ ਹੈਗਾ ਨਾ ਜੀ, ਪਹਿਲਾਂ ਤਾਂ ਗੱਲ ਹੈ ਹੀ ਗਲਤ। ਆਹ ਕੰਮ ਪਹਿਲਾਂ ਤਾਂ ਗੱਲ 325 ਕਰੋੜ ਰੁਪਏ ਦੇ ਵਿੱਚ ਤਾਂ ਕੰਮ ਹੋ ਹੀ ਜਾਏਗਾ, ਮੈਂ ਹੀ ਕਰ ਦਿਆਂਗਾ। ਮੈਂ ਜਿਹੜੀ ਟੀਮ ਤੋਂ ਅਸੀਂ ਆਪਣਾ CTP ਲਵਾਇਆ ਹੈਗਾ, ਉਹਨਾਂ ਤੋਂ ਹੀ ਮੈਂ ਲਗਵਾ ਦਾਂਗਾ। ਬਟ ਜਿਸ ਤਰੀਕੇ ਨਾਲ ਆਹ ਪ੍ਰੋਜੈਕਟ ਲਗਵਾਉਣ ਜਾ ਰਹੇ ਨੇ, ਉਹ 325 ਕਰੋੜ ਰੁਪਏ ਵੀ ਵੇਸਟ ਹੋ ਜਾਏਗਾ। ਬਿਲਕੁਲ ਠੀਕ ਹੈ ਜੀ। ਨੰਬਰ 2, ਤੁਸੀਂ ਗੱਲ ਕੀਤੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਦੀ, ਮੇਰੇ ਵੱਡੇ ਭਰਾ ਨੇ, ਮੇਰੇ ਬੜੇ ਸਤਿਕਾਰਯੋਗ ਮੇਰੇ ਮਿੱਤਰ ਨੇ। ਦੇਖੋ, ਉਹਨਾਂ ਦਾ ਡ੍ਰੀਮ ਪ੍ਰੋਜੈਕਟ ਨਹੀਂ ਹੈਗਾ, ਲੁਧਿਆਣਾ ਸ਼ਹਿਰ ਦੇ ਸਾਰੇ ਲੋਕਾਂ ਦਾ ਡ੍ਰੀਮ ਪ੍ਰੋਜੈਕਟ ਹੈ। ਵੈਨ ਆਈ ਵਾਸ 7-8 years old, ਮੈਨੂੰ ਅੱਜ ਵੀ ਯਾਦਾਂ ਹੈਗੀਆਂ। ਮੈਂ ਇਸ ਬੁੱਢੇ ਦਰਿਆ 'ਚ ਮੈਂ ਖੁਦ ਨਹਾਉਂਦਾ ਰਿਹਾ। ਬਿਲਕੁਲ, ਮੈਨੂੰ ਅੱਜ ਵੀ ਯਾਦਾਂ ਹੈਗੀਆਂ। ਅੱਜ 7-8 ਸਾਲ ਪਹਿਲਾਂ ਦੀ ਗੱਲ ਕਰ ਰਹੇ? ਵੈਨ ਆਈ ਵਾਸ 7-8 years old। ਓਕੇ, ਠੀਕ ਹੈ ਜੀ। ਅੱਜ ਤੋਂ ਤਕਰੀਬਨ ਨਾਓ ਆਈ ਐਮ 48, ਤਕਰੀਬਨ ਅੱਜ ਤੋਂ 40-42 ਸਾਲ ਪਹਿਲੇ ਮੈਂ ਉਸ ਸੁੰਦਰ ਨਗਰ ਦੀ ਪੁਲੀ ਦੇ ਉੱਤੇ, ਮੇਰੇ ਦਾਦਾ ਜੀ, ਅਸੀਂ ਜਦੋਂ ਜਾਈਦਾ ਹੁੰਦਾ ਸੀਗਾ, ਸਾਡਾ ਘਰ ਉਦੋਂ ਵੇਡਗੰਜ ਹੁੰਦਾ ਸੀਗਾ, ਅਸੀਂ ਇੱਥੇ ਨਹਾਉਂਦੇ ਨੇ। ਅਤੇ ਆਹ ਸਾਡੇ ਸ਼ਹਿਰ ਵਾਸੀਆਂ ਦਾ, ਆਹ ਸਾਰਿਆਂ ਦਾ ਡ੍ਰੀਮ ਪ੍ਰੋਜੈਕਟ ਹੈ ਵੀ ਅੱਜ ਉਹ ਗੰਦਾ ਨਾਲਾ ਬਣ ਗਿਆ, ਉਹ ਸਵਰੂਪ ਠੀਕ ਹੁਣ ਸਭ ਦਾ ਡ੍ਰੀਮ ਪ੍ਰੋਜੈਕਟ ਹੈ। ਆਸ਼ੂ ਜੀ ਦਾ ਵੀ ਹੈਗਾ। ਅਤੇ ਮੈਂ ਆਪ ਜੀ ਦੇ ਮਾਧਿਅਮ ਤੋਂ ਸਾਰਿਆਂ ਨੂੰ, ਕੈਪਟਨ ਸਾਹਿਬ ਨੂੰ, ਸਾਡੇ ਮਾਨਯੋਗ ਮੇਅਰ ਸਾਹਿਬ ਨੂੰ, ਮੰਤਰੀ ਜੀ ਨੂੰ, ਸਾਰੇ MLA ਸਭਾ ਨੂੰ, ਔਰ ਆਹ ਨਾਲਾ ਚਾਰੋਂ MLA ਸਾਹਿਬਾਨ ਦੀ ਕੌਂਸਟੀਟੂਐਂਸੀ ਵਿੱਚੋਂ ਹੋ ਕੇ ਜਾ ਰਿਹਾ। ਉਹ ਸਟਾਰਟਿੰਗ ਫਰੋਮ ਸੰਜੇ ਤਲਵਾਰ ਜੀ, ਉਸ ਤੋਂ ਬਾਅਦ ਸ਼੍ਰੀ ਸੁਰਿੰਦਰ ਡਾਬਰ ਜੀ, ਉਸ ਤੋਂ ਬਾਅਦ ਸ਼੍ਰੀ ਰਕੇਸ਼ ਪਾਂਡੇ ਜੀ, ਫਿਰ ਸਾਡੇ ਆਸ਼ੂ ਜੀ। ਆਹ ਸਾਰੇ ਚਾਰੋਂ MLA ਸਾਹਿਬਾਨ ਦੀ ਸਾਡੀ ਕੌਂਸਟੀਟੂਐਂਸੀ ਵਿੱਚੋਂ ਹੋ ਕੇ ਜਾ ਰਿਹਾ। ਸੋ ਆਹ ਚੀਜ਼ ਇਹਨਾਂ ਨੂੰ ਮੈਂ ਆਪ ਜੀ ਦੇ ਮਾਧਿਅਮ ਤੋਂ ਅਵੇਅਰ ਕਰ ਰਿਹਾ ਵੀ ਪਲੀਜ਼ ਆਹ 650 ਕਰੋੜ ਦਾ ਆਹ ਕੰਮ ਗਲਤ ਤਰੀਕੇ ਨਾਲ ਸਾਡੀ ਹਾਰਡ ਐਂਡ ਮਨੀ ਵੇਸਟ ਹੋਣ ਜਾ ਰਹੀ, ਇਸ ਨੂੰ ਬਚਾ ਲਓ। ਮੈਂ ਸਰ ਇੱਕ ਚੀਜ਼ ਪੁੱਛਣਾ ਚਾਹਾਂਗਾ, ਤੁਸੀਂ ਬੜੇ ਸਤਿਕਾਰਯੋਗ ਤਰੀਕੇ ਨਾਲ ਕਿਹਾ ਕਿ ਉਹ ਮੇਰੇ ਵੱਡੇ ਭਰਾ ਹੈ, ਅਤੇ ਬਾਕੀ MLA ਸਾਹਿਬਾਨਾਂ ਬਾਰੇ ਵੀ ਬੜੇ ਚੰਗੇ ਵਰਡ ਬੋਲੇ। ਅਤੇ ਅਸੀਂ ਇਹ ਕਿ ਸਾਨੂੰ ਇੱਕ ਚੀਜ਼ ਨਹੀਂ ਸਮਝ ਲੱਗੀ ਕਿ ਤੁਸੀਂ ਇਹ ਸਾਰੇ ਆ ਕੇ ਪੋਲੀਟੀਸ਼ੀਅਨ ਬਣ ਜਾਂਦੇ ਹੋ, ਕਿ ਜਿਹੜੀ ਚੀਜ਼ ਤੁਸੀਂ ਕਿਹਾ ਕਿ ਮੇਰੇ ਵੱਡੇ ਭਰਾ, ਅਤੇ ਇੱਕ ਛੋਟਾ ਭਰਾ ਵੱਡੇ ਭਰਾ ਨੂੰ ਫੋਨ 'ਤੇ ਜਾਂ ਉਹਦੇ ਘਰ ਜਾ ਕੇ ਜਾਂ ਉਹਨੂੰ ਆਪਣੇ ਘਰ ਬੁਲਾ ਕੇ ਜਾਂ ਕਿਸੇ ਪਬਲਿਕ ਮੀਟਿੰਗ 'ਚ ਆਪਣੇ ਸਾਹਮਣੇ ਬੈਠ ਕੇ ਵੈਸੇ ਨਹੀਂ ਦੱਸ ਪਾਇਆ, ਅਤੇ ਅੱਜ ਮੀਡੀਆ ਨੂੰ ਲੋੜ ਪੈ ਗਈ। ਅੱਜ ਮੀਡੀਆ ਦੇ ਥਰੂ ਆਪਾਂ ਇੱਕ ਦੂਜੇ ਨੂੰ ਜਿਤਾ ਰਹੇ ਹਾਂ ਕਿ ਭਾਈ ਆਹ ਚੀਜ਼ ਇਹ ਗਲਤ ਹੋਣ ਜਾ ਰਿਹਾ। ਆਫਟਰ ਆਲ ਤੁਸੀਂ ਕਹਿ ਰਹੇ ਹੋ ਕਿ ਇਹ ਇੱਕ ਦਿਨ 'ਚ ਤਾਂ ਰਿਪੋਰਟ ਨਹੀਂ ਬਣ ਗਈ।
650 ਕਰੋੜ ਰੁਪਇਆ ਫੰਡ ਸੈਕਸ਼ਨ ਹੋਇਆ, ਸਾਰਾ ਕੁਝ ਹੋਇਆ, ਤੇ ਇਹ ਚੀਜ਼ਾਂ ਨਹੀਂ ਸਮਝ ਲੱਗੀਆਂ। ਇਹ ਕੀ ਵੇਟ ਕੀਤੀ ਜਾ ਰਹੀ ਸੀ, ਕੋਈ ਕ੍ਰੈਡਿਟ ਵਾਰ ਲੈਣਾ ਹੈ ਜਾਂ ਕੀ ਲੈਣਾ, ਮੈਨੂੰ ਸਮਝ ਨਹੀਂ ਲੱਗੀ। ਸਰ ਦੇਖੋ, ਮੈਂ ਆਪ ਜੀ ਨੂੰ ਸ਼ਾਇਦ ਥੋੜ੍ਹੀ ਦੇਰ ਪਹਿਲੇ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਮੈਂ ਜਨਵਰੀ ਤੋਂ ਜੀ ਬਿੱਟੂ ਜੀ ਨੂੰ, ਆਸ਼ੂ ਜੀ ਨੂੰ, ਮੇਅਰ ਸਾਹਿਬ ਨੂੰ, ਸਾਰਿਆਂ ਨੂੰ ਇਹਦੇ ਬਾਰੇ ਮੈਂ ਤੁਹਾਨੂੰ ਪੇਪਰਸ ਦੀ ਕਟਿੰਗ ਵੀ ਦੇਣ ਦਾ ਹੈਗਾ, ਉਹਦੇ ਵਿੱਚ ਮੈਂ ਅਵੇਅਰ ਕਰਨ ਦਾ ਆ ਰਹੇ ਹਾਂ। ਦੇਖੋ 22 ਮਾਰਚ ਤੋਂ ਲਾਕਡਾਊਨ ਲੱਗ ਗਿਆ, ਕਿੰਨੀ ਦੇਰ ਲਾਕਡਾਊਨ ਰਿਹਾ ਹੈਗਾ, ਸਾਰੇ ਆਪਾਂ ਆਪਣੇ ਜਾਨ ਬਚਾਉਣ ਵਾਸਤੇ ਆਪਾਂ ਆਪਣੇ ਘਰਾਂ ਵਿੱਚ ਵੜੇ ਰਹੇ। ਹੁਣ ਜਾ ਕੇ ਸਾਡਾ ਹੌਲੀ ਦਾ ਸੀਜ਼ਨ ਆ ਗਿਆ। ਸੋ ਮੈਂ ਆਪ ਜੀ ਨੂੰ ਕਹਿ ਰਿਹਾ ਵੀ ਦੇਖੋ ਇਸ ਟਾਈਮ ਸਭ ਦੀਆਂ ਹੈਲਥ ਨੂੰ ਠੀਕ ਰੱਖਣਾ, ਕੋਵਿਡ ਤੋਂ ਬਚਣਾ ਸਾਡੀ ਪਹਿਲੀ ਪ੍ਰਾਥਮਿਕਤਾ ਹੈ। ਹੁਣ ਥੋੜ੍ਹਾ ਜਿਹਾ ਮਾਹੌਲ ਠੀਕ ਹੋ ਰਿਹਾ, ਕੋਵਿਡ ਤੋਂ ਥੋੜ੍ਹਾ ਜਿਹਾ ਇੱਕ ਕਹਿੰਦੇ ਫੇਸ ਨਿਕਲ ਗਿਆ, ਰੱਬ ਨਾ ਕਰੇ ਵੀ ਦੂਸਰਾ ਫੇਸ ਕਹਿੰਦਾ ਵੀ ਆਉਣ ਵਾਲਾ ਨਾ ਆਵੇ, ਅਸੀਂ ਲੋਕ ਸਾਰੇ ਸਵਸਥ ਰਹੀਏ। ਹੁਣ ਸਾਡਾ ਹੌਲੀ ਦਾ ਸਾਡਾ ਵਿੰਟਰ ਸਾਡਾ ਸੀਜ਼ਨ ਹੈਗਾ, ਅਸੀਂ ਹੋਰ ਮਹੀਨੇ 'ਚ ਅਸੀਂ ਫ੍ਰੀ ਹੋ ਜਾਣਾ ਹੈਗਾ। ਦਸੰਬਰ ਦੇ ਵਿੱਚ ਅਸੀਂ ਫਿਰ ਇਹਨੂੰ ਜ਼ੋਰ ਸ਼ੋਰ ਨਾਲ ਪਬਲਿਕ ਵਿੱਚ ਇਹਨੂੰ ਉਠਾਵਾਂਗੇ, ਸਾਰੇ ਮੇਅਰ ਸਾਹਿਬ ਨੂੰ ਵੀ ਕਹਾਂਗੇ ਵੀ ਇਸ ਨੂੰ ਦੁਬਾਰਤੀ ਐਨਾਲਾਈਜ਼ ਕਰੋ ਵੀ ਜੇ ਕੰਮ ਹੋਵੇ। ਆਹ ਬੁੱਢਾ ਦਰਿਆ ਸਾਡੇ ਲੁਧਿਆਣੇ ਦੀ ਇੱਕ ਲਾਈਫ ਲਾਈਨ ਹੈ, ਇਹਦੇ ਕੰਢੇ ਉੱਤੇ। ਪਰ ਇਹ ਤਾਂ ਨਹੀਂ ਕਿ ਜਦੋਂ ਸਰਦੀਆਂ 'ਚ ਆਉਂਦੇ ਇਹਦਾ ਬਜਟ ਵੱਧ ਜਾਏਗਾ, ਉਸ ਦਿਨ ਇਹੀ ਤਰੁਣਜਨ ਬਾਵਾ ਜੀ, ਹੋ ਸਕਦਾ ਉਸ ਦਿਨ ਮੇਅਰ ਸਾਹਿਬ ਜਾਂ ਮੰਤਰੀ ਸਾਹਿਬ ਜਾਂ ਹੋਰ MLA ਸਾਹਿਬਾਨ ਜਿਹੜੇ ਹੈਗੇ ਆ, ਉਸ ਦਿਨ ਜਿਹੜੇ ਤਰੁਣਜਨ ਬਾਵਾ ਜੀ ਨੂੰ ਕੋਈ ਹੋਰ ਗਣਿਤ ਜਾਂ ਮੈਥ ਸਮਝਾ ਦੇਣ, ਉਸ ਦਿਨ ਇਹੀ ਤਰੁਣਜਨ ਬਾਵਾ ਜੀ ਕਹਿਣ ਕਿ ਨਹੀਂ ਮੈਨੂੰ ਥੋੜ੍ਹਾ ਭੁਲੇਖਾ ਲੱਗ ਗਿਆ, 325 ਕਰੋੜ 'ਚ ਨਹੀਂ ਹੈ, 425 ਕਰੋੜ ਜਾਂ 500 ਕਰੋੜ 'ਚ ਹੀ ਹੋਏਗਾ, ਬਜਟ ਤਾਂ ਨਹੀਂ ਵੱਧ ਜਾਏਗਾ। ਦੇਖੋ ਇਸ ਤਰ੍ਹਾਂ ਹੈ, ਹੁਣ ਭਵਿੱਖ ਦੀਆਂ ਗੱਲਾਂ ਤਾਂ ਜਦੋਂ ਵਕਤ ਆਏਗਾ ਉਸੇ ਟਾਈਮ ਦੱਸਿਆ ਜਾਏਗਾ। ਮੈਂ ਆਪਣੇ ਮਤਲਬ ਇਹ ਹੋ ਸਕਦਾ ਹੈ, ਮੈਂ ਆਪਣੇ ਤਜਰਬੇ ਮੁਤਾਬਿਕ ਅੱਜ ਵੀ ਮੈਂ ਤੁਹਾਨੂੰ ਕਹਿ ਰਿਹਾ ਹੈਗਾ, ਆਹ ਜਿਹੜਾ 650 ਕਰੋੜ ਦਾ ਕੰਮ ਹੈਗਾ, ਜਿੰਨਾ ਕੁ ਕਰਨ ਜਾ ਰਹੇ ਹੈਗੇ ਨੇ ਨਾ, ਆਹ ਤਾਂ 300 ਸਵਾ 300 ਕਰੋੜ ਦੇ ਵਿੱਚ ਹੀ ਆਹ ਕੰਮ ਹੋ ਸਕਦਾ ਹੈਗਾ। ਬਟ ਉਸ ਤੋਂ ਬਾਵਜੂਦ ਆਈ ਐਮ ਨਾਟ ਸੈਟਿਸਫਾਈਡ ਐਂਡ ਹੈਪੀ, ਕਿਉਂਕਿ ਜਿਸ ਹਿਸਾਬ ਨਾਲ STP ਅਪ ਸਟ੍ਰੀਮ ਦੇ ਉੱਤੇ ਲੱਗਣ ਜਾ ਰਿਹਾ, ਜਮਾਲਪੁਰ STP ਪਲਾਂਟ ਦੇ ਵਿੱਚ 225 MLA ਲਗਾਉਣ ਜਾ ਰਿਹਾ, ਇਟਸ ਰੋਂਗ, ਇਟਸ ਟੋਟਲੀ ਰੋਂਗ। ਜਦ ਕਿ ਐਂਡ ਦੇ ਵਿੱਚ ਜਿਹੜਾ ਐਂਡ ਵਾਲਾ ਪਲਾਂਟ ਹੈਗਾ ਬੱਲੋਂ ਕੇ ਉੱਥੇ ਲੱਗਣਾ ਚਾਹੀਦਾ। ਬਿਲਕੁਲ ਠੀਕ ਹੈ ਜੀ। ਇਸ ਕਰਕੇ ਮੈਂ ਆਮ ਨਾਟ ਹੈਪੀ ਵਿਦ ਦਿਸ। ਇਹਨੂੰ ਆਪਾਂ ਦੁਬਾਰਤੀ ਟੈਕਨੀਕਲੀ ਮੈਂ ਲੋਕਾਂ ਨੂੰ ਦੱਸਾਂਗਾ। ਮੈਂ ਉਹੀ ਤਾਂ ਕਹਿ ਰਿਹਾ, ਜੇ ਤਰੁਣਜਨ ਬਾਵਾ ਜੀ ਜਿਨ੍ਹਾਂ ਨੇ 3 ਆਲਰੇਡੀ ਇੱਦਾਂ ਦੇ ਕੰਮ ਹੱਥੋਂ ਕੱਢ ਦਿੱਤੇ, ਜੇ ਉਹਨਾਂ ਦੇ ਸਕਿਲਡ ਨਾਲ, ਜਿਵੇਂ ਤੁਹਾਡੀ 100% ਕੰਸੈਂਟ ਦੇ ਹਿਸਾਬ ਨਾਲ, ਤੁਹਾਡੀ DPR ਦੇ ਹਿਸਾਬ ਨਾਲ ਬਣਾਇਆ ਜਾਏ, ਅਤੇ 325 ਦੇ ਵੀ ਇਹ ਤਾਂ ਘੱਟ ਲੱਗਣਗੇ, ਕਿਉਂਕਿ ਤੁਸੀਂ ਤਾਂ ਉਹਨੂੰ ਫਲੋ ਦਾ ਵਾਟਰ ਦੀ ਤਰ੍ਹਾਂ ਲੈ ਕੇ ਜਾਓਗੇ, ਤੁਸੀਂ ਤਾਂ ਉਹਨੂੰ ਜਿੱਧਰ ਹਵਾ ਬਹਿ ਰਹੀ ਹੈ ਉੱਧਰਲੇ ਪਾਸੇ ਲੈ ਕੇ ਜਾਣਾ ਚਾਹ ਰਹੇ ਹੋ, ਅਤੇ ਫਿਰ ਆਟੋਮੈਟਿਕਲੀ ਜੇ ਅਪ ਤੋਂ ਡਾਊਨ ਸਟਰੀਮ 'ਤੇ ਆਏਗਾ ਤਾਂ ਬਜਟ ਹੋਰ ਘਟੇਗਾ। ਸਰ ਮੈਂ ਤਾਂ ਭਗਵਾਨ ਨੂੰ ਪ੍ਰਾਰਥਨਾ ਕਰਦਾ ਵੀ ਪਲੀਜ਼ ਆਨਰੇਬਲ CM ਸਾਹਿਬ, ਸਾਡੇ ਮੇਅਰ ਸਾਹਿਬ, ਸਾਡੇ ਮੰਤਰੀ ਸਾਹਿਬ, ਸਾਡੀ ਇੱਕ ਵਾਰੀ ਮੀਟਿੰਗ ਕਰਾਉਣ। ਜਿਸ ਫਸਟ ਆਫ ਆਲ ਜਿਹੜੇ ਬੰਦੇ ਨੇ ਇਹ ਟੈਕਨੀਕਲ ਰਿਪੋਰਟ ਬਣਾਈ ਹੈ, ਪਹਿਲਾਂ ਤਾਂ ਓਪਨਲੀ ਉਹਨਾਂ ਨਾਲ ਸਾਡੀ ਓਪਨ ਡਿਬੇਟ ਹੋਏ, ਸਾਡੀ ਉਹਨਾਂ ਨੇ ਮੀਟਿੰਗ ਹੈ ਵੀ ਉਹਨਾਂ ਨੇ ਕੀ ਸੋਚ ਕੇ DPR ਬਣਾਈ। ਬਿਲਕੁਲ ਠੀਕ ਹੈ ਜੀ। ਔਰ ਮੈਂ ਖੁਦ ਮੇਅਰ ਸਾਹਿਬ ਦੇ ਕੋਲ ਗਿਆ ਸੀਗਾ, ਔਰ ਅਖਬਾਰ 'ਚ ਉਹਨਾਂ ਦਾ ਬਿਆਨ ਹੈ, ਬਿੱਟੂ ਜੀ ਦਾ ਔਰ ਮੇਅਰ ਸਾਹਿਬ ਦਾ, MP ਸਾਹਿਬ ਦਾ। ਉਹਨਾਂ ਨੇ ਕਿਹਾ ਵੀ ਸਾਨੂੰ ਆਪ ਨਹੀਂ ਪਤਾ DPR ਕਿੱਥੋਂ ਬਣ ਕੇ ਆਈ। ਅੱਛਾ, ਲੁਧਿਆਣੇ ਸ਼ਹਿਰ ਦੇ ਵਿੱਚ ਆ ਕੰਮ ਹੋਣ ਜਾ ਰਿਹਾ, ਲੁਧਿਆਣੇ ਦੇ ਮੇਅਰ ਨੂੰ ਨਹੀਂ ਪਤਾ, ਲੁਧਿਆਣੇ ਦੇ ਕੌਂਸਲਰਸ ਨੂੰ ਨਹੀਂ ਪਤਾ, ਇਸ ਦੀ ਕੋਈ ਟੈਕਨੋਲੋਜੀ ਬਾਰੇ ਨਹੀਂ ਪਤਾ। ਤੁਸੀਂ ਐਂ ਕਰੋ, ਮੇਰੇ ਤੋਂ ਬਾਅਦ ਸਿੱਧਾ ਮੇਅਰ ਆਨਰੇਬਲ ਮੇਅਰ ਸਾਹਿਬ ਦੇ ਕੋਲ ਜਾਓ, ਉਹਨਾਂ ਤੋਂ ਤੁਸੀਂ ਸਵਾਲ ਜਵਾਬ ਕਰੋ, ਜਿਵੇਂ ਤੁਸੀਂ ਮੇਰੇ ਨਾਲ ਕਰ ਰਹੇ ਹੋ। ਉਹਨਾਂ ਨੂੰ ਪੁੱਛੋ ਬਈ ਉਹਨਾਂ ਨੂੰ ਇਸ ਬਾਰੇ ਕੁਝ ਪਤਾ ਹੈ, ਇਸ ਟੈਕਨੋਲੋਜੀ ਬਾਰੇ ਪਤਾ ਹੈ। ਹੁਣ ਦੇਖੋ ਸਾਡੇ ਮੰਤਰੀ ਜੀ ਦਾ, ਆਸ਼ੂ ਜੀ ਦਾ ਔਰ ਮੇਅਰ ਸਾਹਿਬ ਦਾ, ਇਹਨਾਂ ਦਾ ਫੈਮਿਲੀ ਬਿਜ਼ਨਸ ਡੇਅਰੀ ਬਿਜ਼ਨਸ ਹੈਗਾ। ਹੁਣ ਡੇਅਰੀਆਂ ਦਾ ਤਮਾਮ ਇਹ ਜਿਹੜਾ ਗੋਹਾ ਹੈਗਾ ਔਰ ਜਿਹੜੇ ਡੰਗਰਾਂ ਨੂੰ ਨਵਾਉਂਦੇ ਨੇ, ਉਹ ਵੀ ਪਾਣੀ ਬੁੱਢੇ ਨਾਲੇ 'ਚ ਜਾ ਰਿਹਾ। ਠੀਕ ਹੈ ਜੀ। ਹੁਣ ਉਹਦੇ ਵਾਸਤੇ ਵੀ ਇਹਨਾਂ ਨੇ ਪ੍ਰਪੋਜ਼ ਕੀਤਾ ਹੈਗਾ ਬਈ ਡੇਅਰੀ ਕੰਪਲੈਕਸਿਸ ਦੇ ਵਿੱਚ ਤਾਜਪੁਰ ਰੋਡ ਦੇ ਉੱਤੇ ਔਰ ਹਮਣਾ ਹੈਬੋਵਾਲ, ਉੱਥੇ ਵੀ ਆਹ 2 ਡੇਅਰੀ ਦੇ ਪਾਣੀ ਵਾਸਤੇ ਉੱਥੇ ਵੀ ਆਹ STP ਪਲਾਂਟਸ ਲਗਾਉਣ ਜਾ ਰਹੇ ਨੇ। ਤੇ ਦੇਖੋ ਨਾ, ਅੱਜ 4 ਸਾਲ ਬੀਤ ਗਏ। ਤੁਸੀਂ ਮੈਨੂੰ ਕਹਿ ਰਹੇ ਹੋ ਵੀ ਤੁਹਾਨੂੰ ਅੱਜ ਤੁਸੀਂ ਬੋਲਣਾ ਸ਼ੁਰੂ ਹੋਏ ਹੈਗੇ ਹੋ, 4 ਸਾਲ ਬੀਤ ਗਏ। ਆ ਤਾਂ ਮੇਅਰ ਨੇ, ਆ ਤਾਂ ਮੰਤਰੀ ਨੇ, ਆਪ ਹੀ ਸਰਕਾਰ ਹੈ, ਔਰ ਆਪ ਹੀ ਸਰਕਾਰ ਨੇ, ਔਰ ਖੁਦ ਡੈਰੀ ਦਾ ਕੰਮ ਕਰਦੇ ਨੇ। ਇਹਨਾਂ ਨੇ ਕੁਝ ਨਹੀਂ ਕੀਤਾ 4 ਸਾਲਾਂ ਤੋਂ। ਪਰ ਮੈਂ ਫਿਰ ਕਹਿੰਦਾ ਵੀ ਭਗਵਾਨ ਸਤਬੁੱਧੀ ਦੇ ਸਾਰਿਆਂ ਨੂੰ, ਜਿੰਨਾ ਬਚ ਸਕਦਾ, ਜੋ ਬਚ ਸਕਦਾ ਅਸੀਂ ਉਹ ਬਚਾਈਏ, ਜਿੰਨਾ ਬਚ ਸਕਦਾ ਉਹ ਬਚਾਈਏ। ਜਬ ਜਾਗੋ ਤਭੀ ਸਵੇਰਾ। ਇਸ ਟਾਈਮ ਦਾ ਮੈਂ ਫਿਰ ਸਾਰਿਆਂ ਨੂੰ ਦੀਪਾਵਲੀ ਦੀਆਂ ਸਾਰਿਆਂ ਨੂੰ ਵਧਾਈਆਂ, ਸ਼ੁਭ ਕਾਮਨਾਵਾਂ ਦਿੰਦਾ ਔਰ ਪਰਮਪਿਤਾ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਵੀ ਇਸ ਕੋਵਿਡ ਤੋਂ ਸਭ ਤੋਂ ਪਹਿਲੇ ਅਸੀਂ ਆਪਣੀ ਜਾਨ ਬਚਾ ਲਈਏ। ਲੜਾਈਆਂ, ਝਗੜੇ, ਡਿਬੇਟਸ ਚੱਲਦੀਆਂ ਰਹਿਣਗੀਆਂ ਜੇ ਅਸੀਂ ਜਿਉਂਦੇ ਰਹਾਂਗੇ। ਸਾਰੇ ਜਣੇ, ਆਪ ਜੀ ਨੂੰ ਵੀ, ਆਪ ਜੀ ਦੇ ਪਰਿਵਾਰ ਨੂੰ, ਸਾਰਿਆਂ ਨੂੰ ਮੈਂ ਬਹੁਤ ਦੀਪਾਵਲੀ ਦੀ ਸ਼ੁਭ ਕਾਮਨਾਵਾਂ ਔਰ ਪ੍ਰਾਰਥਨਾ ਕਰਦਾ। ਤੇ ਦੋਸਤੋ, ਇਹ ਸੀਗੇ ਤਰੁਣਜਨ ਬਾਵਾ ਜੀ। ਇਹਨਾਂ ਨੇ ਸਰੇਆਮ ਆਰੋਪ ਲਗਾਤੇ, ਪੂਰੀ ਜਿਹੜੀ ਲੁਧਿਆਣਾ ਦੀ ਕਾਰਪੋਰੇਸ਼ਨ ਤੋਂ ਲੈ ਕੇ CM ਦਫ਼ਤਰ ਤੱਕ। ਸਾਨੂੰ ਲੱਗਦਾ ਹੈ ਇਸ ਆਵਾਜ਼ ਨੂੰ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇੱਕ ਇੰਡਸਟਰੀ ਨੇਤਾ ਵੱਲੋਂ
ਸਰੇਆਮ ਖੁੱਲ੍ਹੇਆਮ ਜਿਹੜਾ ਸਰਕਾਰ ਤੇ ਸਰਕਾਰ ਦੇ ਮੰਤਰੀਆਂ ਤੇ ਉਹਦੇ ਜਿਹੜੀ ਲੋਕਲ ਬੋਡੀ ਹੈਗੀ ਹੈ ਉਹਨਾਂ ਦੇ ਆਰੋਪ ਲਗਾ ਦਿੱਤੇ ਗਏ ਕਿ ਇਹ 350 ਤੋਂ ਲੈ ਕੇ 350 ਤੋਂ ਲੈ ਕੇ 350 400 ਕਰੋੜ ਰੁਪਏ ਤੱਕ ਦਾ ਇੱਕ ਘੁਟਾਲਾ ਹੋ ਸਕਦਾ ਹੈ। ਤੇ ਅਸੀਂ ਸਮਝ ਨਹੀਂ ਪਾ ਰਹੇ ਕਿ ਜੇ ਸਰਕਾਰ ਦਾ ਇੰਨਾ ਪੈਸਾ ਇੱਕ ਜਿਹੜੇ ਇੰਡਸਟਰੀ ਨੇਤਾ ਖੁੱਲ੍ਹੇਆਮ ਖੁੱਲ੍ਹੇ ਮੰਚ ਤੇ ਕਹਿ ਰਹੇ ਹੈ ਕਿ ਅਸੀਂ ਬਚਾ ਸਕਦੇ ਹਾਂ, ਤੇ ਸਰਕਾਰ ਦੀ ਨੀਂਦ ਕਿਉਂ ਨਹੀਂ ਖੁੱਲਦੀ ਪਈ। ਇਹ ਮੁੱਦਿਆਂ ਦੇ ਜਨਤਾ ਨੂੰ ਜਾਗਰੂਕ ਹੋਣਾ ਪਏਗਾ। ਇੰਡਸਟਰੀ ਨੇ ਖੁੱਲ੍ਹੇਆਮ ਕਿਹਾ, ਇੰਡਸਟਰੀ ਨੇ ਕਿ ਅਸੀਂ ਜਨਤਾ ਦਾ ਪੈਸਾ ਬਰਬਾਦ ਨਹੀਂ ਹੋਣ ਦੇਵਾਂਗੇ। ਹੁਣ ਸਰਕਾਰੀ ਨੇਤਾਵਾਂ ਤੇ ਸਰਕਾਰੀ ਮੰਤਰੀਆਂ ਨੂੰ ਤੇ ਸਰਕਾਰ ਨੂੰ ਜਨਤਾ ਦੇ ਪੈਸੇ ਦਾ ਇੱਕ ਪੈਸੇ ਦਾ ਹਿਸਾਬ ਦੇਣਾ ਪਏਗਾ। ਜੇ ਜਨਤਾ ਇਸ ਮੋੜ 'ਚ ਆ ਗਈ ਤੇ ਆਉਣ ਵਾਲੇ ਦਿਨਾਂ 'ਚ ਦੇਖਣਾ ਪਏਗਾ ਸਰਕਾਰ ਤੇ ਮੰਤਰੀਆਂ ਦੀ ਜਿਹੜੀ ਇਹ ਡਗਰ ਹੈਗੀ ਹੈ ਇਹ ਕੋਈ ਆਸਾਨ ਨਹੀਂ ਹੋਏਗੀ। ਤੇ ਇੱਦਾਂ ਹੀ ਦੋਸਤੋ ਜਨਤਾ ਦੇ ਹੱਕ ਦੀ ਆਵਾਜ਼ ਅਸੀਂ ਇੱਦਾਂ ਹੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਾਨੀ ਤੇ ਅਸੀਂ। ਧੰਨਵਾਦ।